सेवक की अरदास प्यारे जप जीवा प्रभ चरण तुम्हारे। सेवक की अरदास प्यारे जप जीवा प्रभ चरण तुम्हारे। सेवक की अरदास प्यारे जप जीवा प्रभ चरण तुम्हारे। सेवक की अरदास प्यारे जप जीवा प्रभ चरण तुम्हारे। सेवक की अरदास प्यारे जप जीवा प्रभ चरण तुम्हारे। अरदास प्यारे जप जीवा प्रभ चरण तुम्हारे। तू बेअंत को विरला जाने। 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 गुर प्रसाद ओ शब्द पछाण। गुर प्रसाद ओ शब्द पछाण। गुर प्रसाद को शब्द पछाण। गुर प्रसाद को शब्द पछाण। सेवक की अरदास प्यारे जप जीवा
दयाल पुरख मेरे प्रभु दाते दयाल पुरख मेरे प्रभु दाते दयाल पुरख दयाल पुरख मेरे प्रभु दाते दयाल पुरख मेरे प्रभु दाते जिसे जनावो तुम जाते जिसे जनावो तिन्हें तुम जाते जिसे जनावो तुम जाते जप जीवा प्रभु चरण तुम्हारे जप जीवा प्रभु चरण तुम्हारे जप जीवा जप जीवा प्रभु चरण तुम्हारे जप जीवा प्रभु चरण तुम्हारे जप जीवा
संगत ਨੂੰ ਬੇਨਤੀ ਹੈ ਸਾਰੇ ਗੱਜ ਕੇ ਨਾਲ ਜਪੋ, ਕੋਈ ਰਸਨਾ ਵਾਂਝੀ ਨਾ ਰਹੇ। ਅੱਖਾਂ ਬੰਦ ਕਰਕੇ ਕਿਸੇ ਵੱਲ ਹੋਰ ਧਿਆਨ ਨਾ ਰਵੇ, ਆਪਣੀਆਂ ਬਿਰਤੀਆਂ ਕਾਗਰ ਕਰੀਏ, ਆਤਮ ਧਿਆਨ ਧਰ ਕੇ ਸਾਰੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ। ਵਾਹਿਗੁਰੂ 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 सेवक की अरदास प्यारे जप जप जीवा जप जीवा जप जप जीवा प्रभ चरण तुम्हारे दयाल पुरख मेरे प्रभ दाते वाहिगुरु 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 दयाल पुरख मेरे प्रभ दाते जिसे चढ़ावो तिने तुम जाते सदा सदा
ਇਤ ਉਤ ਦੇਖਾਂ ਓਟ ਤੁਮਾਰੀ ਇਤ ਉਤ ਦੇਖਾਂ ਓਟ ਤੁਮਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ 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 ਨਾਨਕ ਸਾਧੂ ਦੇਖ ਮਨ ਰਾਤਾ ਨਾਨਕ ਸਾਧੂ ਦੇਖ ਮਨ ਰਾਤਾ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ 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 ਨਾਨਕ ਸਾਧੂ ਦੇਖ ਮਨ ਰਾਤਾ 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 ਜਪ ਜੀਵਾ ਪ੍ਰਭ ਚਰਨ ਤੁਮਾਰੇ ਜਪ ਜੀਵਾ ਗੁਰ ਚਰਨ ਤੁਮਾਰੇ ਸੇਵਕ ਕੀ ਅਰਦਾਸ ਪਿਆਰੇ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਜਪ ਜੀਵਾ ਸ਼ਰਨ ਤੁਮਾਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਜਪ ਜੀਵਾ ਪ੍ਰਭ ਸ਼ਰਨ ਤੁਮਾਰੇ ਵਾਹਿਗੁਰੂ 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 ਵਾਹਿਗੁਰੂ
ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ सेवक की अरदास प्यारे जप जीवा प्रभ चरण तुम्हारे सेवक की सारी संगत बोलो जी अरदास जप जप जीवा प्रभ चरण तुम्हारे तू बेअंत को विरला जाने तू बेअंत को विरला जाने गुर प्रसाद को शब्द पछाणै गुर प्रसाद सारी संगत बोलो जी नाल नाल गुर प्रसाद को शब्द पछाणै गुर प्रसाद को शब्द पछाणै सेवक की अरदास प्यारे जप जीवा प्रभ चरण तुम्हारे तू बेअंत को विरला जानै गुर प्रसाद को शब्द पछाणा। गुरु प्यारी साध संगत जी सारे करो रसना पवित्र गज वज के फतेह दा जवाब फतेह विच दो सारे गज के आखो जी वाहिगुरु जी का खालसा वाहिगुरु जी की फतेह। सतगुरु सच्चे पातशाह जी ने अपार किरपा की रहमत की जो सानू सारिਆਂ ਨੂੰ ਇਹ ਅਵਸਰ ਬਖਸ਼ਿਆ ਹੈ ਘੜੀ ਬਖਸ਼ੀ ਸੰਗਤ ਦੀ। ਅੱਜ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਆ ਪੰਥ ਦੇ ਕੌਮ ਦੇ ਮਹਾਨ ਸ਼ਹੀਦ ਬਾਬਾ ਸੁਬੇਗ ਸਿੰਘ ਜੀ ਬਾਬਾ ਸ਼ਾਬਾਸ਼ ਸਿੰਘ ਜੀ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਬਾਸ਼ ਸਿੰਘ ਜੀ ਦੀ ਜਿਹੜੀ ਜੀਵਨ ਗਾਥਾ ਹੈ ਜੋ ਜੀਵਨ ਸੀ ਉਹਨਾਂ ਦਾ ਬਹੁਤ ਵੱਖਰਾ ਉੱਚਾ ਨਿਰਭੈਤਾ ਵਾਲਾ ਨਾ ਕਿਸੇ ਦਾ ਡਰ ਮੰਨਦੇ ਸੀ ਤੇ ਨਾ ਕਦੇ ਕਿਸੇ ਨੂੰ ਭੈ ਦਿੱਤਾ। ਇਹ ਉਹਨਾਂ ਦਾ ਜੀਵਨ ਹੈ। ਨਾ ਭੈ ਲੈਣਾ ਨਾ ਮੰਨਣਾ ਤੇ ਨਾ ਦੇਣਾ। ਜ਼ੁਲਮ ਨੂੰ ਕਦੇ ਸਹਾਰਿਆ ਨਹੀਂ ਤੇ ਕਦੇ ਕੀਤਾ ਨਹੀਂ।
ਇੱਕ ਆਜ਼ਾਦ ਸੋਚ ਦੇ ਮਾਲਿਕ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਕੇਵਲ ਇੱਕ ਦੇ ਪੁਜਾਰੀ, ਕੇਵਲ ਸੱਚ ਦੇ ਪੁਜਾਰੀ, ਸੱਚ ਨੂੰ ਸੁਣਨ ਵਾਲੇ, ਸੱਚ ਨੂੰ ਮੰਨਣ ਵਾਲੇ, ਸੱਚ ਵੇਖਣ ਵਾਲੇ, ਨਾ ਕਿਸੇ ਦੇ ਗੁਲਾਮ ਹੋਏ। ਇਹ ਗੱਲ ਸਾਰੀ ਖੜੀ ਕਿੱਥੇ ਹੁੰਦੀ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਡੇ 10ਵੇਂ ਗੁਰੂ ਸਾਹਿਬਾਨ, ਉਹਨਾਂ ਨੇ ਸਾਡੇ ਅੰਦਰ ਨਾ ਇੱਕ ਜਜ਼ਬਾ ਭਰਿਆ। ਉਹਨਾਂ ਨੇ ਸਾਡੇ ਅੰਦਰ ਨਾ ਇੱਕ ਬਾਤ ਬਿਠਾਈ, ਕਹਿੰਦੇ ਕਦੇ ਕਿਸੇ ਦੇ ਗੁਲਾਮ ਨਹੀਂ ਬਣਨਾ, ਗੁਲਾਮੀ ਵਾਲਾ ਜੀਵਨ ਨਹੀਂ ਜੀਣਾ। ਇਸ ਸਿਰ ਤੇ ਦਸਤਾਰ ਜਿਹੜੀ ਸਜਾਈ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ, ਜੋ ਸਾਡੇ ਸਿਰ ਦੇ ਉੱਤੇ ਸਾਨੂੰ ਤਾਜ ਬਖਸ਼ਿਆ, ਸਰਦਾਰੀ ਬਖਸ਼ੀ, ਪਾਤਸ਼ਾਹ ਨੇ ਕਿਹਾ ਕਦੇ ਗੁਲਾਮ ਨਾ ਰਵੇਂ, ਹਮੇਸ਼ਾ ਆਜ਼ਾਦ ਰਵੀਂ, ਸੱਚ ਦਾ ਆਸ਼ਿਕ ਤੇ ਸੱਚ ਦਾ ਪੁਜਾਰੀ ਬਣ ਕੇ ਰਹੇ। ਬਸ ਗੁਲਾਮੀ ਵਾਲਾ ਜੀਵਨ ਨਹੀਂ ਜੀਣਾ। ਇੱਥੇ ਤੱਕ ਆਪਾਂ ਜਦੋਂ ਸ਼ਬਦ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ ਨਾ, ਤੇ ਭਗਤ ਕਬੀਰ ਸਾਹਿਬ, ਭਗਤ ਕਬੀਰ ਮਹਾਰਾਜ ਦੀ ਸੋਚ ਤੁਸੀਂ ਵੇਖੋ, ਸਿੱਧਾ ਡਾਇਰੈਕਟ ਪੰਗਾ ਲੈਂਦੇ ਸੀ, ਸਿੱਧਾ ਹੀ ਕਹਿ ਦਿੰਦੇ ਸੀ, ਨਾ ਕਿਸੇ ਦੀ ਸੁਣਦੇ ਸੀ, ਨਾ ਝੂਠ ਨੂੰ ਬਰਦਾਸ਼ਤ ਕਰਦੇ ਸੀ। ਭਗਤ ਕਬੀਰ ਸਾਹਿਬ ਨੂੰ ਜੇ ਆਪਾਂ ਕਹੀਏ ਕਿ ਸਾਹਮਣੇ ਆ ਕੇ ਮੁਸਲਮਾਨ ਮਿਲਦਾ ਹੈ, ਉਹ ਕਹਿੰਦਾ ਵੀ ਮੁਸਲਮਾਨ ਵੱਡੇ ਹੁੰਦੇ ਆ, ਤੁਹਾਡਾ ਧਰਮ ਕਿਹੜਾ ਹੈ? ਤੇ ਸਿੱਧੇ ਹੋ ਕੇ ਸਾਹਮਣੇ ਹੀ ਭਗਤ ਕਬੀਰ ਜੀ ਨਾ ਮੁਸਲਮਾਨਾਂ ਨੂੰ ਕਹਿੰਦੇ ਸੀ, ਕਹਿੰਦੇ ਤੁਸੀਂ ਕੀ ਕਹਿੰਦੇ ਹੋ ਵੀ ਤੁਸੀਂ ਇਸਲਾਮ ਧਰਮ ਕਬੂਲ ਕੀਤਾ ਹੈ, ਤੁਸੀਂ ਮੁਸਲਮਾਨ ਹੋ? ਕਿੱਦਾਂ? ਕਹਿੰਦੇ ਮੁਸਲਮਾਨ ਸੁੰਨਤ ਕਰਾਉਂਦੇ ਆ ਤੇ ਉਹ ਮੁਸਲਮਾਨ ਬਣਦਾ ਹੈ ਸੁੰਨਤ ਕਰਾਉਣ ਤੋਂ ਬਾਅਦ। ਤੇ ਨਿਰਭੈਤਾ ਵੇਖਿਓ ਕਬੀਰ ਜੀ ਅੰਦਰ। ਕਬੀਰ ਸਾਹਿਬ ਨੇ ਸਿੱਧਾ ਹੋ ਕੇ ਕਿਹਾ, ਇਹ ਗੁਰਬਾਣੀ ਕਹਿੰਦੀ ਹੈ, ਦਰਜ ਨੇ ਸ਼ਬਦ। ਕਬੀਰ ਮਹਾਰਾਜ ਕਹਿੰਦੇ ਆ, ਸੁੰਨਤ ਕੀਏ ਤੁਰਕ ਜੇ ਹੋਏਗਾ। ਇਹ ਗੁਲਾਮੀ ਵਾਲੀ ਸੋਚ ਨਹੀਂ, ਇਹ ਆਜ਼ਾਦ ਸੋਚ ਹੈ, ਇੱਕ ਸੂਰਮੇ ਵਾਲੀ ਗੱਲ ਹੈ, ਇਹਨੂੰ ਕਹਿੰਦੇ ਆ ਸੂਰਮਾ। ਭਗਤ ਕਬੀਰ ਜੀ ਕਹਿੰਦੇ, ਸੁन्नत किए तुर्क जे होएगा, औरत का क्या करिए। तू कहना है भी तू सुन्नत करा के तू मुसलमान हो गया, तो फिर कहता औरत का की करेंगा? औरत दी सुन्नत नहीं हुई तो मुसलमान नहीं। कहते सुन बई काजिया, सुन्नत किए तुर्क जे होएगा, औरत का क्या करिए। अर्ध शरीरी नार ना छोड़े, तां ते हिंदू ही रही है। कहते जेड़ी तेरी अर्धांगनी है, अर्ध शरीरी अर्धांगनी घर वाली, कहते उनकी ते सुन्नत नहीं हुई। अर्ध शरीरी नार ना छोड़े, कहते तू ओनू ते छड्डदा ही नहीं, ओनू अपने नाल रखदा है, वो तां हिंदू ही है। आखो सतनाम, ਉਹਦਾ ਕੀ ਕਰੇਗਾ। ਇसी ਤਰ੍ਹਾਂ ਜਦੋਂ ਕਬੀਰ ਮਹਾਰਾਜ ਕੋਲ ਹਿੰਦੂ ਆਏ, ਉਹ ਕਹਿੰਦੇ ਤੁਸੀਂ ਹਿੰਦੂ ਬਣੋ, ਹਿੰਦੂ ਧਰਮ ਵੱਡਾ। ਉਹ ਕਹਿੰਦੇ ਹਿੰਦੂ ਕਿੱਦਾਂ ਬਣਨਾ ਹੈ? ਉਹ ਕਹਿੰਦੇ ਜਨੇਊ ਗਲ ਵਿੱਚ ਪਾਣਾ। ਕਹਿੰਦੇ ਅੱਛਾ। ਕਬੀਰ ਮਹਾਰਾਜ ਫਿਰ ਸਾਹਮਣੇ ਹੋ ਕੇ ਜਵਾਬ ਕੀ ਦਿੰਦੇ ਆ ਪੰਡਤਾਂ ਨੂੰ ਜਾਂ ਬ੍ਰਾਹਮਣਾਂ ਨੂੰ? ਸਿੱਧਾ ਕਹਿੰਦੇ ਹਮ ਕਰ ਸੂਤ ਤਨਹਿ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਕਬੀਰ ਜੀ ਦਾ ਕੰਮ ਕੀ ਸੀ? ਉਹ ਕੱਪੜਾ ਬੁਣਦੇ ਸੀ, ਬੁਣਨ ਦਾ, ਸਿਲਾਈ ਦਾ ਕੰਮ ਉਹਨਾਂ ਦਾ, ਕੱਪੜੇ ਬੁਣਨ ਦਾ ਕੰਮ।
ਤੇ ਕਹਿੰਦੇ ਮੇਰੇ ਘਰ ਜਿਹੜਾ ਪੰਡਤਾ ਜਿਹੜਾ ਤੂੰ ਗਲੇ ਵਿੱਚ ਧਾਗਾ ਬੰਨੀ ਬੈਠਾ, ਜਿਹਨੂੰ ਤੂੰ ਜਨੇਊ ਕਹਿੰਦਾ ਹੈ, ਕਹਿੰਦਾ ਮੇਰੇ ਕੋਲ ਬਥੇਰੇ ਪਏ ਆ ਘਰੇ। ਆਖੋ ਸਤਨਾਮ। ਕਬੀਰ ਸਾਹਿਬ ਸਿੱਧਾ ਕਹਿੰਦੇ ਕੌਣ ਕਰ ਸਕਦਾ ਐਸੀ ਜ਼ਰੂਰਤ, ਸਿੱਧਾ ਸਾਹਮਣੇ ਮੂੰਹ ਤੇ। ਹਮ ਕਰ ਸੂਤ ਤਨੈ ਨਿਤ ਤਾਨਾ, ਕਹਿੰਦੇ ਰੋਜ਼ ਹੀ ਕਰਦਾ ਤੇਰੇ ਧਾਗੇ ਨਾਲ ਕੰਮ। ਕੰਠ ਜਨੇਊ ਤੁਮਾਰੇ, ਅੱਗੇ ਕਹਿੰਦੇ ਆ ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਕਹਿੰਦੇ ਤੂੰ ਗਾਇਤਰੀ ਦੇ ਵੇਦ ਪੜਦਾ ਹੈ, ਸ਼ਸਤਰ ਪੜਦਾ ਹੈ, ਪਰ ਕਹਿੰਦਾ ਰਾਮ ਜਿਹੜਾ ਨਾ, ਕਬੀਰ ਸਾਹਿਬ ਕਹਿੰਦੇ ਉਹ ਮੇਰੇ ਹਿਰਦੇ ਵਸਦਾ ਹੈ। ਆਖੋ ਸਤਨਾਮ। ਜਿਹਨੂੰ ਤੂੰ ਮੂਰਤੀਆਂ 'ਚ ਵਸਾਈ ਬੈਠਾ ਹੈ, ਜਿਹਨੂੰ ਤੂੰ ਪੱਥਰਾਂ ਵਿੱਚ ਮੰਨਦਾ ਹੈ, ਉਹ ਮੇਰੇ ਹਿਰਦੇ ਵਸਦਾ, ਉਹ ਮੇਰੇ ਦਿਲ ਵਿੱਚ ਵਸਦਾ ਹੈ। ਮੈਂ, ਕਬੀਰ ਸਾਹਿਬ ਕਹਿੰਦੇ, ਮੈਂ ਪੱਥਰ ਦੇ ਭਗਵਾਨ ਨੂੰ ਰਾਮ ਨਹੀਂ ਜਾਣਦਾ, ਨਹੀਂ ਮੰਨਦਾ। ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਮੈਂ ਰਮੇ ਹੋਏ ਰਾਮ ਨੂੰ ਰਾਮ ਜਾਣਦਾ, ਜਿਹੜਾ ਸਾਰੀਆਂ ਥਾਵਾਂ ਤੇ ਹੈ, ਪੱਤੇ ਪੱਤੇ ਵਿੱਚ ਵਸਦਾ ਹੈ, ਹਵਾ ਵਿੱਚ ਹੈ, ਇਸ ਕੁਦਰਤ ਵਿੱਚ ਵਸਦਾ ਹੈ। ਮੈਂ ਉਹਨੂੰ ਸਮਝਦਾ, ਉਹ ਮੇਰਾ ਭਗਵਾਨ ਹੈ, ਉਹ ਮੇਰਾ ਸਾਈਂ ਹੈ, ਤੇ ਮੈਂ ਸਿਰਫ ਉਹਦੀ ਸੁਣਾਂਗਾ, ਮੈਂ ਤੁਹਾਡੀ ਨਹੀਂ ਜੇ ਸੁਣਦਾ। ਕਬੀਰ ਸਾਹਿਬ ਨੇ ਕਦੇ ਵੀ ਗੁਲਾਮੀ ਨਹੀਂ ਸਹਾਰੀ। ਹੱਥ ਬਣ ਕੇ, ਹੱਥਕੜੀਆਂ ਲਾ ਕੇ ਹਾਥੀ ਥੱਲੇ ਦੇਤਾ। ਕਿਉਂ? ਆਵਾਜ਼ ਚੁੱਕੀ ਸੀ, ਮੰਨਦੇ ਨਹੀਂ ਸੀ, ਗੁਲਾਮ ਨਹੀਂ ਬਣਦੇ ਸੀ। ਤੇ ਇੱਥੇ ਆਪਣੇ ਧਰਮ ਵੱਲ ਦੇਖੀਏ, ਇੱਥੇ ਸਿੱਖਾਂ ਵੱਲ ਵੇਖੀਏ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਗੱਲ ਕੀ ਸੀ? ਗੁਲਾਮੀ ਨਹੀਂ ਮੰਨਦੇ। ਆਖੋ ਸਤਨਾਮ। ਆਜ਼ਾਦ ਜੀਵਾਂਗੇ, ਬਾਦਸ਼ਾਹ ਵਰਗਾ ਜੀਵਨ ਜੀਵਾਂਗੇ, ਸੱਚ ਕਬੂਲਾਂਗੇ, ਸੱਚ ਕਹਿ ਸੱਚ ਨੂੰ ਮੰਨਾਂਗੇ, ਸਲਾਹਾਂਗੇ, ਭਾਵੇਂ ਜਿਹੜਾ ਮਰਜ਼ੀ ਧਰਮ ਦਾ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਨੀਵੀਂ ਜਾਤ ਹੋਵੇ, ਉੱਚੀ ਜਾਤ ਹੋਵੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਾ, ਜਿੱਥੇ ਮੈਨੂੰ ਮੱਥੇ ਟੇਕਦੇ ਆ ਸਾਰੇ, ਤੁਹਾਨੂੰ ਵੀ ਟੇਕਣਗੇ, ਕਿਉਂਕਿ ਤੂੰ ਸੱਚ ਬੋਲਿਆ। ਕਬੀਰ ਸਾਹਿਬ ਨੂੰ ਕਹਿੰਦੇ ਤੂੰ ਸੱਚ ਬੋਲਿਆ। ਭਗਤ ਨਾਮਦੇਵ ਜੀ ਸੱਚ ਬੋਲਿਆ, ਭਗਤ ਰਵਿਦਾਸ ਮਹਾਰਾਜ ਸੱਚ ਬੋਲਿਆ। ਤਾਂ ਪ੍ਰਵਾਨ ਹੈ, ਤਾਂ ਪ੍ਰਵਾਨ ਹੈ ਗੁਰੂ ਪਿਆਰਿਓ। ਇਸ ਕਰਕੇ ਗੁਲਾਮੀ ਨਹੀਂ ਸਹਾਰੀ। ਆਜ਼ਾਦ ਸੋਚ ਦੇ ਮਾਲਕ। ਹੁੰਦਾ ਕੀ ਹੈ ਨਾ ਜੀ, ਕਈ ਵਾਰੀ ਜਿਹਨੂੰ ਅਸੀਂ ਆਪਣੀ ਸੋਚ ਸਮਝਦੇ ਹਾਂ, ਇਹ ਧਿਆਨ ਨਾਲ ਸਮਝਿਓ ਇਸ ਗੱਲ ਨੂੰ। ਅਸੀਂ ਜਿਸ ਨੂੰ ਆਪਣੀ ਸੋਚ ਸਮਝ ਕੇ ਬੈਠੇ ਹਾਂ ਵੀ ਮੇਰੀ ਸੋਚ ਹੈ, ਇਹ ਮੇਰੀ ਵਿਚਾਰ ਹੈ, ਜਾਂ ਮੇਰੇ ਥਾਟਸ ਨੇ, ਮੇਰਾ ਮਾਈਂਡਸੈਟ ਹੈ, ਇਹ ਮੈਂ ਸੋਚਦਾ। ਪਰ ਧਿਆਨ ਨਾਲ ਸਮਝਿਓ, ਇਹ ਆਪਣਾ ਨਹੀਂ, ਇਹ ਕਿਸੇ ਦਾ ਪਾਇਆ ਹੋਇਆ ਥਾਟ ਹੈ। ਧਿਆਨ ਨਾਲ ਸਮਝਣਾ। ਇਹ ਵਿਚਾਰ ਜਿਹੜਾ ਸਾਡੇ ਵਿੱਚ ਹੈ ਨਾ, ਸਾਡੇ ਵਿੱਚ ਜਿਹੜੀ ਥਿੰਕਿੰਗ ਬਣੀ ਹੈ, ਸਾਡੇ ਜਿਹੜੇ ਵਿਚਾਰ ਬਣੇ ਹੈ, ਇਹ ਦੁਨੀਆ ਦੇ ਪਾਏ ਹੋਏ ਵਿਚਾਰ ਨੇ, ਇਹ ਸਾਡੇ ਆਪ ਦੇ ਨਹੀਂ ਹੁੰਦੇ। ਕਰਨਾ ਕੀ ਸੀ? ਜੋ ਵਿਚਾਰ ਬਾਹਰੋਂ ਮਿਲਿਆ ਉਹਨੂੰ ਪਰਖਣਾ ਸੀ, ਉਹਨੂੰ ਵੇਖਣਾ ਸੀ ਕਿ ਇਹ ਮੇਰੇ ਲਈ ਹੈ ਜਾਂ ਨਹੀਂ। ਹੁਣ ਵੇਖੋ ਨਾ ਜੀ, ਛੋਟੀ ਜੀ ਗੱਲ ਹੁੰਦੀ ਹੈ, ਆਪਾਂ ਮਾਰਕੀਟ ਜਾਂਦੇ ਹਾਂ, ਘਰੋਂ ਸੋਚ ਕੇ ਗਏ ਮੈਂ ਅੱਜ ਸ਼ਾਪਿੰਗ ਕਰਨੀ ਹੈ, ਮੈਂ ਆਪਣੇ ਕੱਪੜੇ ਖਰੀਦਣੇ ਆ। ਘਰੋਂ ਸੋਚ ਕੇ ਗਏ ਮੈਂ ਬਾਜ਼ਾਰ ਚੱਲਿਆ, ਮਾਰਕੀਟ ਚੱਲੇ ਆ ਆਪਾਂ, ਤੇ ਮੈਂ ਕੱਪੜੇ ਖਰੀਦਣੇ ਆ। ਬਾਜ਼ਾਰ ਵਿੱਚ ਜਾਂਦੇ ਜਾਂਦੇ ਹੋਇਆ ਕਿ ਉੱਥੇ ਬਹੁਤ ਸੋਹਣੀ ਨਾ ਦੁਕਾਨ ਸਜਾਈ ਬੈਠਾ ਸੀ ਇੱਕ ਚਾਟ ਵਾਲਾ। ਬੜਾ ਸੋਹਣਾ ਬੈਨਰ ਲਾਇਆ ਉਹਨੇ, ਉੱਥੇ ਫੋਟੋਆਂ ਬੜੀ ਸੋਹਣੀਆਂ ਵੱਡੀ ਵੱਡੀ ਕਰਕੇ, ਚਾਟ ਦੀ, ਹੋਰ ਖਾਣ ਪੀਣ ਦਾ ਬਥੇਰਾ ਜਿੰਨਾ ਕੁ ਸਮਾਨ ਸੀ, ਉਹ ਸਾਰੀਆਂ ਫੋਟੋਆਂ ਉਹਨੇ ਬੋਰਡ ਤੇ ਲਾਈਆਂ। ਫਿਰ ਕੀ ਹੋਇਆ ਜੀ? ਹੁਣ ਕੀ ਕਰਦਾ ਹੈ? ਕਰਛੀ ਚੁੱਕ ਕੇ ਤਵੇ ਤੇ ਮਾਰਦਾ ਹੈ, ਟੰਗ ਟੰਗ ਕਰਦਾ ਹੈ, ਦੇਸੀ ਘਿਓ ਪਾਉਂਦਾ ਹੈ। ਤੇ ਹੁੰਦਾ ਕੀ ਹੈ ਜੀ? ਜਿਹੜੀ
ਜਦੋਂ ਸੁਗੰਧ ਪਹੁੰਚੀ, ਅਸੀਂ ਅੱਖਾਂ ਨਾਲ ਵੇਖਿਆ ਤੇ ਮੇਰੇ ਮਨ 'ਚ ਕੀ ਆਇਆ? ਇਹ ਮੇਰਾ ਵਿਚਾਰ ਹੈ, ਮੈਨੂੰ ਭੁੱਖ ਲੱਗੀ ਹੈ, ਮੇਰਾ ਮਨ ਹੈ ਖਾਣ ਦਾ, ਇਹ ਖਾਣ ਦਾ ਮੇਰਾ ਮਨ ਹੈ। ਪਰ ਅਸਲ ਵਿੱਚ ਉਹ ਵਿਚਾਰ ਉਸ ਬੰਦੇ ਨੇ ਹੁੰਦੀ ਹੈ ਸਾਡੇ ਵਿੱਚ। ਗੱਲ ਨੂੰ ਬਹੁਤ ਧਿਆਨ ਨਾਲ, ਬਰੀਕੀ ਨਾਲ ਸਮਝਿਓ, ਕੋਸ਼ਿਸ਼ ਕਰਿਓ। ਉਹਦੀ ਵਿਚਾਰ ਹੈ। ਫਿਰ ਅਸੀਂ ਝਗੜਦੇ ਹਾਂ ਵੀ ਮੇਰੀ ਵਿਚਾਰ ਦੇ ਵਿੱਚ ਕਿਉਂ ਪੈਣਾ ਹੈ, ਮੈਨੂੰ ਕਿਉਂ ਰੋਕਦਾ ਹੈ? ਇਹ ਮੈਂ ਸੋਚਦਾ, ਮੇਰੀ ਵਿਚਾਰ ਹੈ, ਪਰ ਅਸਲ ਵਿੱਚ ਹੋਰ ਕਿਸੇ ਦੀ ਹੁੰਦੀ ਹੈ। ਇਹ ਦੁਨੀਆ ਦੀ ਵਿਚਾਰਾਂ ਨੇ ਜਿਹੜੀਆਂ ਸਾਡੇ ਵਿੱਚ ਪੈ ਗਈਆਂ। ਭੁੱਖ, ਕਈ ਵਾਰੀ ਸਾਡਾ ਪੇਟ ਭਰਿਆ ਹੁੰਦਾ, ਭੁੱਖ ਨਹੀਂ ਲੱਗੀ ਹੁੰਦੀ, ਪਰ ਜਦੋਂ ਦੇਖਦੇ ਹਾਂ ਮੈਕਡੋਨਲਡਸ ਦਾ ਲੋਗੋ ਜਾਂ ਹੋਰ ਬਥੇਰੀਆਂ ਜਗ੍ਹਾ ਦਾ ਲੋਗੋ ਦੇਖਦੇ ਹਾਂ ਵੀ ਰਸਤੇ 'ਚ ਪੈ ਗਿਆ ਤੇ ਭੁੱਖ ਆਪਣੇ ਆਪ ਕਹਿੰਦਾ ਮੈਂ ਖਾ ਲਵਾਂ। ਭੁੱਖ ਨਹੀਂ ਜੇ ਲੱਗੀ ਹੁੰਦੀ। ਇਹ ਕੀ ਹੈ ਜੀ? ਦੁਨੀਆ ਦੀ ਵਿਚਾਰ ਸਾਡੇ ਵਿੱਚ, ਸਾਡੀ ਵਿਚਾਰ ਅਸੀਂ ਬਣਾ ਲਿਆ, ਪਰ ਅਸਲ ਵਿੱਚ ਉਹ ਆਪਣੀ ਨਹੀਂ ਹੁੰਦੀ। ਇਹਨੂੰ ਦੇਖਣਾ ਹੁੰਦਾ ਹੈ, ਪਰਖਣਾ ਹੁੰਦਾ ਹੈ ਕਿ ਇਹ ਮੇਰੇ ਲਈ ਸਹੀ ਹੈ ਜਾਂ ਨਹੀਂ। ਇਹਨੂੰ ਕਹਿੰਦੇ ਆ ਸੱਚ ਨਾਲ ਜੁੜਨਾ, ਪਰਖਣਾ। ਕਬੀਰ ਸਾਹਿਬ ਜਾਂ ਹੋਰ ਜਿਹੜੇ ਗੁਰਸਿੱਖ ਹੋਏ, ਉਹਨਾਂ ਨੇ ਕਦੇ ਵੀ ਇਹ ਗੁਲਾਮੀ ਵਾਲੀ ਵਿਚਾਰਧਾਰਾ ਨੂੰ ਅਪਣਾਇਆ ਨਹੀਂ। ਹੁਣ ਹੁੰਦਾ ਕੀ ਹੈ ਜੀ ਪਿਆਰਿਓ, ਜਿੱਦਾਂ ਕਈ ਵਾਰੀ ਆਪਾਂ ਵੇਖਦੇ ਆ ਇੰਸਟਾਗ੍ਰਾਮ ਤੇ ਨਾ, ਸਕਰੋਲ ਕੀਤਾ, ਸਾਰਿਆਂ ਨੇ ਫੋਟੋਜ਼ ਦੇਖੀਆਂ, ਤੇ ਹੋਇਆ ਕੀ ਵੀ ਇੱਥੇ ਉਹ ਵੀ ਦੇਖਦੀ ਆ, ਤੇ ਜਦੋਂ ਫੋਟੋ ਦੇਖੀ, ਇੱਕ ਕਪਲ ਦੀ ਫੋਟੋ ਸਾਹਮਣੇ ਆਈ, ਬੜੇ ਸੋਹਣੇ ਕੱਪੜੇ ਪਾਏ ਹੋਏ, ਕਿਤੇ ਬਾਹਰ ਘੁੰਮਦੇ ਹੋਏ ਦੀ। ਤੇ ਹੁੰਦਾ ਕੀ ਹੈ ਜੀ, ਬਹੁਤ ਖੁਸ਼ੀ ਇੱਕ ਕਪਲ ਨੇ, ਹਸਬੈਂਡ ਵਾਈਫ ਨੇ ਫੋਟੋ ਖਿਚਾ ਕੇ ਪਾਈ ਹੋਈ। ਤੇ ਜਦੋਂ ਇੱਥੇ ਘਰ ਵਾਲੀ ਨੇ ਵੇਖਿਆ, ਤੇ ਘਰ ਵਾਲੀ ਨੇ ਜਦੋਂ ਘਰ ਵੇਖਿਆ, ਘਰ ਵਿੱਚ ਉਹ ਫੋਟੋ ਵੇਖੀ, ਤੇ ਫੋਟੋ ਵੇਖਦੇ ਸਾਰ ਆਪਣੇ ਪਤੀ ਨਾਲ ਝਗੜਨ ਲੱਗ ਗਈ। ਕਹਿੰਦੀ ਉਹ ਦੇਖ ਕਿੰਨਾ ਪਿਆਰ ਕਰਦਾ, ਤੂੰ ਤਾਂ ਮੈਨੂੰ ਪੁੱਛਦਾ ਹੀ ਨਹੀਂ, ਤੂੰ ਤਾਂ ਮੈਨੂੰ ਪਿਆਰ ਹੀ ਨਹੀਂ ਕਰਦਾ, ਤੂੰ ਤਾਂ ਮੈਨੂੰ ਲੈ ਕੇ ਹੀ ਨਹੀਂ ਦਿੰਦਾ ਕੁਝ, ਉਹ ਵੇਖ ਕਿੰਨਾ ਕਰਦਾ। ਇਹ ਸਾਰਾ ਜਿੰਨਾ ਪਸਾਰਾ ਹੈ ਨਾ, ਇਹਨੂੰ ਕਹਿੰਦੇ ਆ ਮਾਇਆ ਜਾਲ। ਕੀ ਕਹਿੰਦੇ ਆ ਜੀ? ਮਾਇਆ ਜਾਲ। ਇਹਨੂੰ ਮਾਇਆ ਜਾਲ ਲੱਗਿਆ ਮਹਾਰਾਜ ਨੇ। ਕਹਿੰਦੇ ਇੱਥੇ ਮਾਇਆ ਜਾਲ ਤੋਂ ਬਾਹਰ ਨਿਕਲਿਆ, ਬਾਹਰ ਨਿਕਲ ਕੇ ਆ ਮਾਇਆ ਜਾਲ ਤੋਂ, ਇੱਥੇ ਫਸਣਾ ਨਹੀਂ। ਉਹ ਕਹਾਣੀ ਸੁਣੀ ਨਾ ਆਪਾਂ ਸਾਰਿਆਂ ਨੇ, ਕੀ ਹੁੰਦਾ ਜੀ, ਇੱਕ ਭਲਾ ਮਾਨਸ ਉਹ ਚਿੜੀਆਂ ਨੂੰ ਨਾ, ਪੰਛੀਆਂ ਨੂੰ ਇੱਕ ਗੱਲ ਰਟਾ ਦਿੰਦਾ। ਉਹ ਕਹਿੰਦਾ ਰੱਟ ਲਓ। ਉਹ ਕਹਿੰਦੇ ਕਿ ਸ਼ਿਕਾਰੀ ਆਏਗਾ, ਜਾਲ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ ਵਿੱਚ ਫਸਣਾ ਨਹੀਂ। ਰਟਾਤਾ। ਹੁਣ ਕੀ ਹੋਇਆ ਜੀ, ਜਿਹੜੀ ਪੰਛੀ ਸਨ, ਜਿਹੜੀ ਚਿੜੀਆ, ਉਹ ਬਾਰ-ਬਾਰ ਹੀ ਦੁਹਰਾਈ ਜਾਏ, ਸ਼ਿਕਾਰੀ ਆਏਗਾ, ਜਾਲ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ ਵਿੱਚ ਫਸਣਾ ਨਹੀਂ। ਉਹ ਰਟਾਤਾ, ਉਹੀ ਬੋਲੀ ਜਾਣ। ਤੇ ਸ਼ਿਕਾਰੀ ਆਇਆ, ਉਹਨੇ ਜਾਲ ਪਾਇਆ, ਚੋਗਾ ਪਾਇਆ, ਖਾਣਾ ਪਾਇਆ ਚਿੜੀਆ ਵਾਸਤੇ। ਤੇ ਹੋਇਆ ਕਿ ਪੰਛੀ ਉੜ ਕੇ ਆਏ, ਜਾਲ ਵਿੱਚ ਬੈਠੇ, ਚੋਗ ਚੁਗਦੇ ਰਹੇ। ਤੇ ਚੋਗ ਚੁਗਦੇ ਚੁਗਦੇ ਕੀ ਕਹਿੰਦੇ ਆ, ਸ਼ਿਕਾਰੀ ਆਏਗਾ, ਜਾਲ ਪਾਏਗਾ, ਚੋਗ ਚੁਗਣਾ ਨਹੀਂ, ਜਾਲ ਵਿੱਚ ਫਸਣਾ ਨਹੀਂ। ਨਾਲੇ ਖਾਈ ਜਾਣ, ਨਾਲੇ ਫਸੀ ਜਾਣ। ਸ਼ਿਕਾਰੀ ਆਇਆ, ਬੰਨ ਕੇ ਪੰਛੀਆਂ ਨੂੰ ਲੈ ਗਿਆ ਤੇ ਵੇਚਦਾ। ਫਿਰ ਇਹ ਸਾਡਾ ਹਾਲ ਆ। ਗੁਰਬਾਣੀ ਪੜ੍ਹਦੇ ਬਹੁਤ ਬਹੁਤ ਪੜ੍ਹਦੇ ਆ, ਯਾਦ ਨੇ, ਜਪਜੀ ਸਾਹਿਬ ਕੰਠ ਹੈ, ਪੰਜੋ ਬਾਣੀਆਂ ਕੰਠ ਨੇ, ਸੁਖਮਨੀ ਸਾਹਿਬ ਕੰਠ ਹੈ, ਰੋਜ਼ ਸਹਿਜ ਪਾਠ ਚੱਲਦਾ ਹੈ। ਸਾਡੇ ਨਾਲ ਹੁੰਦਾ ਕੀ, ਸ਼ਿਕਾਰੀ ਆਏਗਾ, ਜਾਲ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ ਵਿੱਚ ਫਸਣਾ ਨਹੀਂ। ਫਿਰ ਫਸੀ ਜਾ ਰਹੇ, ਆਖੋ ਸਤਿਨਾਮ। ਗੁਲਾਮੀ ਦੀ ਸੋਚ ਹੈ ਪਿਆਰੇ। ਤੇ ਪਾਤਸ਼ਾਹ ਕੀ ਕਹਿੰਦੇ ਆ? ਪਾਤਸ਼ਾਹ ਕਹਿੰਦੇ ਆ, ਓਏ ਫਸੀ ਨਾ ਤੂੰ। ਕਹਿੰਦੇ ਇਹਦੇ ਵਿੱਚੋਂ ਨਿਕਲ। ਤੇ ਕਿੱਦਾਂ ਨਿਕਲ ਸਕਦੇ ਆ ਜੀ? नहीं छुटकारा बिन हर भजन, नहीं छुटकारा
ਸਾਰੇ ਨਹੀਂ ਛੁਟਕਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਬਿਨ ਹਰ ਭਜਨ ਬੋਲੋ ਨਹੀਂ ਛੁਟਕਾਰਾ ਬਿਨ ਹਰ ਭਜਨ 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 ਸਾਰੀ ਸੰਗਤ ਬੋਲੋ ਜੀ ਨਹੀਂ ਛੁਟਕਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਨਹੀਂ ਛੁਟਕਾਰਾ ਨਹੀਂ ਉਹ ਨਹੀਂ ਛੁਟਕਾਰਾ ਬਿਨ ਹਰ ਭਜਨ 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 ਕਹੋ ਨਾਨਕ ਉਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਉਹ ਕਹਿੰਦੇ ਛੁਟਕਾਰਾ ਹੀ ਨਹੀਂ ਇਸ ਮਾਇਆ ਜਾਲ ਤੋਂ। ਕਦੋਂ ਛੁਟਕਾਰਾ ਹੁੰਦਾ ਹੈ? ਜਦੋਂ ਭਜਨ ਕਰੇਗਾ। ਭਜਨ ਕੀ ਹੁੰਦਾ ਹੈ? ਇੰਟਰੋਸਪੈਕਸ਼ਨ, ਅੰਦਰ ਵੇਖਣਾ, ਵਿਚਾਰ ਵੇਖਣੇ, ਪਰਖਣਾ, ਸਮਝਣਾ, ਇਹਨੂੰ ਕਹਿੰਦੇ ਆ ਜੀ ਤਾਂ ਛੁਟਕਾਰਾ ਹੁੰਦਾ ਹੈ। ਬਿਨ ਹਰ ਭਜਨ ਨਹੀਂ ਛੁਟਕਾਰਾ। ਹੁਣ ਸਮਝਿਓ ਜੀ, ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਬਾਸ਼ ਸਿੰਘ ਜੀ ਆਜ਼ਾਦ ਸੋਚ ਦੇ ਮਾਲਕ। ਹੁੰਦਾ ਕੀ ਹੈ, ਜਦੋਂ ਕਈ ਵਾਰੀ ਨਾ ਜਿਹੜਾ ਸਾਡੇ ਪੱਖ ਵਿੱਚ ਹੁੰਦਾ ਹੈ ਜਾਂ ਸਾਡੀ ਗੱਲ ਮੰਨਦਾ ਹੈ, ਸਾਡੀ ਗੱਲ ਜਦੋਂ ਤੱਕ ਮੰਨੇਗਾ ਉਦੋਂ ਤੱਕ ਅਸੀਂ ਖੁਸ਼ ਰਵਾਂਗੇ। ਉਹ ਸਾਡਾ ਭਾਈ ਹੈ, ਸਾਡਾ ਮਿੱਤਰ ਹੈ, ਪਿਆਰ ਬਣਿਆ ਰਹੇਗਾ। ਪਰ ਜਦੋਂ ਕੋਈ ਖਿਲਾਫ ਬੋਲਦਾ ਹੈ ਉਸ ਵੇਲੇ ਫਿਰ ਨਫ਼ਰਤ ਪੈਦਾ ਹੁੰਦੀ ਹੈ, ਤਾਂ ਫਿਰ ਜੰਗਾਂ ਛਿੜਦੀਆਂ ਵੀ ਮੇਰੀ ਮੱਤ ਨਹੀਂ ਮਿਲਦੀ, ਸਾਡੇ ਵਿਚਾਰ ਨਹੀਂ ਮਿਲਦੇ। ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜੀ ਜਿਸ ਵੇਲੇ ਜ਼ਕਰੀਆ ਖਾਂ, ਇਹਦਾ ਵੇਲਾ ਸੀ, ਸਿੱਖਾਂ ਨੂੰ ਫੜਿਆ ਜਾਂਦਾ ਸੀ, ਸਿਰਾਂ ਦੇ ਮੁੱਲ ਲੱਗਦੇ ਸੀ। ਬੜਾ ਤੰਗ ਹੋਇਆ ਜ਼ਕਰੀਆ ਖਾਂ, ਕਹਿੰਦਾ ਇਹਨਾਂ ਨੂੰ ਮਾਰ ਲਵੋ, ਇਹਨਾਂ ਨੂੰ ਵੱਢ ਦੋ, ਇਹਨਾਂ ਦੇ ਘਰ ਖੋਹ ਲਵੋ, ਇਹ ਬਦਲਦੇ ਨਹੀਂ, ਇਹ ਗੁਲਾਮ ਕਿਉਂ ਨਹੀਂ ਬਣਦੇ? ਬੜਾ ਪਰੇਸ਼ਾਨ ਹੋਇਆ। ਜੀ ਫਿਰ ਨਵਾਬੀ ਲੈ ਕੇ ਨਵਾਬ ਕਪੂਰ ਸਿੰਘ ਜੀ ਕੋਲ ਗਏ।
ਉਹਨਾਂ ਵੇਲਿਆਂ ਵਿੱਚ ਫਿਰ ਸਾਨੂੰ ਪਤਾ ਵੀ ਕਿਸ ਤਰੀਕੇ ਨਾਲ ਨਵਾਬ ਕਪੂਰ ਸਿੰਘ ਜੀ ਨੇ ਉਸ ਨਵਾਬੀ ਨੂੰ ਲਿੱਤਾ, ਗ੍ਰਹਿਣ ਕੀਤਾ। ਹੁਣ ਕੀ ਹੋਇਆ ਜੀ, ਬੜੇ ਕੰਮ, ਬੜੇ ਸੁਧਾਰ ਹੋਏ, ਬੜਾ ਕੁਝ ਚੱਲਿਆ, ਨਵਾਬੀ ਮਿਲੀ ਖਾਲਸੇ ਪੰਥ ਨੂੰ। ਸਮਾਂ ਅੱਗੇ ਬੀਤਦਾ ਗਿਆ, ਵੱਧਦਾ ਗਿਆ ਸਮਾਂ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਫਿਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਮੇਰੇ ਤੋਂ ਪਹਿਲੇ ਆਪ ਜੀ ਭਾਈ ਸਾਹਿਬ ਤੋਂ ਸਰਵਣ ਕਰ ਰਹੇ ਸੀ। ਭਾਈ ਤਾਰੂ ਸਿੰਘ ਜੀ ਦੀ ਜਿਸ ਵੇਲੇ ਸ਼ਹਾਦਤ ਹੋਈ ਜਾਂ ਉਹਨਾਂ ਦਾ ਖੋਪੜ ਲੋਹਾਇਆ ਜਾਂਦਾ ਹੈ, ਭਾਈ ਤਾਰੂ ਸਿੰਘ ਜੀ ਕਹਿੰਦੇ ਆ ਕਿ ਜ਼ਕਰੀਆ ਖਾਂ, ਤੈਨੂੰ ਮੈਂ ਆਪਣੀ ਜੁੱਤੀ ਅੱਗੇ ਲਗਾ ਕੇ ਲੈ ਕੇ ਜਾਊਂ, ਮੈਂ ਨਹੀਂ ਮਰਦਾ ਐਵੇਂ। ਤੇ ਸਾਨੂੰ ਫਿਰ ਇਤਿਹਾਸ ਦਾ ਪਤਾ ਹੈ ਉਸ ਵੇਲੇ ਫਿਰ ਕੀ ਹੋਇਆ। ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਬੜੀ ਤਕਲੀਫ ਸਹਿੰਦਾ, ਬਹੁਤ ਤਕਲੀਫ ਵਿੱਚ ਸੀ। ਖੋਪੜ ਜਦੋਂ ਲੋਹਾਇਆ ਭਾਈ ਤਾਰੂ ਸਿੰਘ ਜੀ ਦਾ, ਉਸ ਵੇਲੇ ਬੜਾ ਤੰਗ ਹੋਇਆ ਤੇ ਜ਼ਕਰੀਆ ਖਾਂ ਕਹਿੰਦਾ ਸੁਬੇਗ ਸਿੰਘ ਜੀ ਨੂੰ ਬੁਲਾਓ। ਫਿਰ ਸੁਬੇਗ ਸਿੰਘ ਜੀ ਨੂੰ ਬੁਲਾਇਆ। ਕਹਿੰਦੇ ਮੇਰੇ ਤੋਂ ਜੋ ਵੀ ਪਾਪ ਹੋਇਆ ਹੈ, ਜੋ ਵੀ ਮੇਰੇ ਤੋਂ ਗਲਤੀਆਂ ਹੋਈਆਂ, ਮੈਂ ਮਾਫੀ ਮੰਗਦਾ ਤੇ ਤੁਸੀਂ ਖਾਲਸੇ ਪੰਥ ਕੋਲ ਜਾਓ ਤੇ ਪੁੱਛੋ ਵੀ ਕੁਝ ਹੁਣ ਹੋ ਸਕਦਾ ਹੈ, ਕੁਝ ਹੋ ਸਕਦਾ ਹੈ, ਮੇਰੀ ਬਿਮਾਰੀ ਦਾ ਕੋਈ ਇਲਾਜ ਹੈ। ਤੇ ਜਿਸ ਵੇਲੇ ਭਾਈ ਸੁਬੇਗ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਉਹਨਾਂ ਕੋਲ ਪਹੁੰਚੇ, ਸ੍ਰੀ ਦਰਬਾਰ ਸਾਹਿਬ ਉਸ ਵੇਲੇ ਇਕੱਠ ਸੀ। ਉਹਨਾਂ ਵੇਲਿਆਂ ਵਿੱਚ ਵੀ ਇਹ ਮਿਸਲ, ਉਹਨਾਂ ਵੇਲਿਆਂ ਜਿਹੜਾ ਆਪਾਂ ਦੇਖਦੇ ਆ ਨਾ ਜੀ, ਬੁੱਢਾ ਦਲ, ਤਰਨਾ ਦਲ, ਇਹ ਮਿਸਲਾਂ ਨਵਾਬ ਕਪੂਰ ਸਿੰਘ ਜੀ ਵੇਲੇ ਸ਼ੁਰੂ ਹੋਈਆਂ। ਤੇ ਜਿਸ ਵੇਲੇ ਭਾਈ ਸੁਬੇਗ ਸਿੰਘ ਜੀ ਗਏ, ਕਹਿੰਦੇ ਵੀ ਇੰਜ ਇੰਜ ਗੱਲ ਹੈ, ਮਾਫੀਆਂ ਮੰਗਦਾ ਹੈ। ਤੇ ਉਸ ਵੇਲੇ ਖਾਲਸੇ ਪੰਥ ਨੇ ਕਿਹਾ ਵੀ ਮਹਾਰਾਜ ਕਹਿੰਦੇ ਜੋ ਸਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਵੀ ਸ਼ਰਨ ਆਏ ਨੂੰ ਗੱਲ ਨਾ ਲਾਉਣੀ। ਤੇ ਕਹਿੰਦੇ ਵੀ ਭਾਈ ਸਾਹਿਬ ਦਾ, ਭਾਈ ਤਾਰੂ ਸਿੰਘ ਜੀ ਹੋਣਾ ਦਾ ਬਚਨ ਤੇ ਅਟਲ ਹੈ, ਉਹ ਤੇ ਅਸੀਂ ਟਾਲ ਨਹੀਂ ਸਕਦੇ। ਇੱਕ ਤਰੀਕਾ ਹੈ, ਉਹਨੂੰ ਕਹੇ ਜੇ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਆਪਣੇ ਸਿਰ ਤੇ ਮਰਵਾਏ, ਫਿਰ ਕੁਝ ਹੋ ਸਕਦਾ ਹੈ। ਤੇ ਉਹਨਾਂ ਵੇਲਿਆਂ ਵਿੱਚ ਕੀ ਹੁੰਦਾ ਸੀ ਜੀ, ਜਿਹੜੇ ਸਿੰਘ ਸਨ ਉਹਨਾਂ ਦੇ ਸਰੀਰ ਰਸਤੇ 'ਚ ਸਾਰੀ ਜਗ੍ਹਾ ਟੰਗੇ ਹੁੰਦੇ ਸੀ, ਸ਼ਹੀਦ ਕਰਕੇ ਉਹਨਾਂ ਨੂੰ ਟੰਗ ਦਿੱਤਾ ਜਾਂਦਾ ਸੀ ਵੀ ਕੋਈ ਜ਼ਰੂਰਤ ਕਰੇ ਸਾਡੇ ਖਿਲਾਫ ਬੋਲਣ ਦੀ, ਉਹਦਾ ਇਹੀ ਹਰਸ਼ਰ ਹੋਣਾ, ਇਹੀ ਹਾਲ ਹੋਣਾ, ਡਰਾਉਣ ਵਾਸਤੇ। ਤੇ ਨਵਾਬ ਕਪੂਰ ਸਿੰਘ ਜੀ ਨੇ ਕਿਹਾ ਸਾਰੇ ਸਿੰਘਾਂ ਦੇ ਸਰੀਰ ਲਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ। ਤੇ ਇਹ ਸ਼ਰਤਾਂ ਲੈ ਕੇ ਜਿਸ ਵੇਲੇ ਭਾਈ ਸੁਬੇਗ ਸਿੰਘ ਜੀ ਹੋਣੀ ਗਏ ਤੇ ਉਹ ਤੰਗ ਸੀ ਤੇ ਮੰਨ ਲਈ, ਸਾਰੇ ਸਿੰਘਾਂ ਦੇ ਸਰੀਰਾਂ ਦੇ ਉਸ ਵੇਲੇ ਸੰਸਕਾਰ ਹੋਏ। ਤੇ ਨਾਲੇ ਜੁੱਤੀ ਜਿਹੜੀ ਸੀ ਭਾਈ ਸਾਹਿਬ ਦੀ, ਭਾਈ ਤਾਰੂ ਸਿੰਘ ਜੀ ਦੀ, ਉਹਦੇ ਸਿਰ ਤੇ ਮਾਰੀ ਗਈ। ਤੇ ਜਦੋਂ ਮਾਰਦੇ ਸੀ ਤੇ ਉਸ ਵੇਲੇ ਫਿਰ ਹੌਲਾ ਹੁੰਦਾ ਸੀ, ਉਸ ਵੇਲੇ ਹੌਲਾ ਹੁੰਦਾ ਸੀ। ਤੇ ਫਿਰ ਉਹਦੀ ਜੁੱਤੀ ਖਾਂਦੇ ਖਾਂਦੇ ਹੀ ਮੌਤ ਹੋ ਗਈ ਜ਼ਕਰੀਏ ਦੀ। ਤੇ ਜਿਸ ਵੇਲੇ ਮੌਤ ਹੋਈ ਭਾਈ ਤਾਰੂ ਸਿੰਘ ਜੀ ਨੂੰ ਦੱਸਿਆ ਗਿਆ ਤੇ ਭਾਈ ਤਾਰੂ ਸਿੰਘ ਜੀ ਨੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸਕਾਰਾਂ ਨੇ ਇੱਥੇ ਤੱਕ ਲਿਖਿਆ ਕਿ ਤਕਰੀਬਨ 22 ਦਿਨ ਭਾਈ ਤਾਰੂ ਸਿੰਘ ਜੀ ਜ਼ਿੰਦਾ ਰਹੇ ਬਿਨਾਂ ਖੋਪੜ ਤੋਂ। ਐਸੇ ਜਜ਼ਬੇ। ਫਿਰ ਜੀ ਉਹਨਾਂ ਵੇਲਿਆਂ ਵਿੱਚ ਹੋਇਆ, ਇਹਦੀ ਮੌਤ ਹੋਈ ਜ਼ਕਰੀਏ ਦੀ। ਫਿਰ ਜ਼ਕਰੀਆ ਖਾਨ ਦਾ ਜਿਹੜਾ ਪੁੱਤਰ ਸੀ ਯਹੀਆ ਖਾਨ, ਇਹਨੂੰ ਫਿਰ ਇਹ ਜ਼ਕਰੀਆ ਦੀ ਜਗ੍ਹਾ ਵਿੱਚ ਦਾ ਪੁੱਤਰ ਯਹੀਆ ਖਾਨ ਆਇਆ। ਯਹੀਆ ਖਾਨ ਬੜੀ ਨਫ਼ਰਤ ਕਰਦਾ ਸੀ ਜੀ ਸਿੱਖਾਂ ਨਾਲ। ਉਹਨੇ ਫਿਰ ਉਹੀ ਕੰਮ ਸ਼ੁਰੂ ਕੀਤਾ, ਸ਼ਹਾਦਤਾਂ ਸ਼ੁਰੂ ਹੋਈਆਂ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋਏ, ਬੜਾ ਕੁਝ ਫਿਰ ਸ਼ੁਰੂ ਹੋ ਗਿਆ। ਲਖਪਤ ਰਾਏ ਜਿਹਦੇ ਭਰਾ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰਿਆ ਜੰਗ ਵਿੱਚ, ਉਹ ਵੀ ਆਇਆ। ਉਹ ਵੀ ਕਹਿੰਦਾ ਮੈਂ ਤਹਿਸ ਨਹਿਸ ਕਰ ਦੂੰਗਾ, ਮੈਂ ਸਿੱਖ ਪੰਥ ਖਤਮ ਕਰ ਦੇਣਾ ਹੈ। ਇਹ ਸ਼ਹਾਦਤਾਂ ਦਾ ਦੌਰ ਦੁਬਾਰਾ ਸ਼ੁਰੂ ਹੋਇਆ। ਇੱਥੇ ਜੀ ਇਹ ਸਮਝਣ ਵਾਲੀ ਗੱਲ ਹੈ, ਹੁਣ ਭਾਈ ਸ਼ਾਹਬਾਜ਼ ਸਿੰਘ ਜਿਹੜੇ ਸੁਬੇਗ ਸਿੰਘ ਦੇ ਪੁੱਤਰ, ਉਹਨਾਂ ਵੇਲਿਆਂ ਵਿੱਚ ਉਹ ਕਾਜ਼ੀ ਕੋਲ ਪੜਨ ਜਾਂਦੇ ਸੀ ਤੇ ਬੜਾ ਸੋਹਣਾ ਸਰੀਰ ਉਹਨਾਂ ਦਾ, ਬਹੁਤ ਪਿਆਰੇ ਦਿਖਣ ਵਾਲੇ ਨੌਜਵਾਨ ਭਾਈ ਸ਼ਾਹਬਾਜ਼ ਸਿੰਘ। ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਜਦੋਂ ਕਾਜ਼ੀ ਵੇਖਦਾ ਸੀ
ਇਹ ਕਹਿੰਦਾ ਬੜੇ ਅਵਲ ਨੰਬਰ ਵਿੱਚ ਆਂਦਾ ਹੈ, ਬੜਾ ਹੁਸ਼ਿਆਰ ਹੈ, ਬੜਾ ਸੋਹਣਾ ਹੈ, ਤੇ ਮੈਂ ਚਾਹਨਾ ਕਿ ਮੇਰੀ ਬੇਟੀ ਦਾ ਵਿਆਹ ਨਿਕਾਹ ਸ਼ਾਬਾਸ਼ ਸਿੰਘ ਨਾਲ ਹੋ ਜਾਵੇ। ਇਹ ਚਾਹੁੰਦਾ ਕਾਜ਼ੀ। ਤੇ ਉਹਨੇ ਕੀ ਕੀਤਾ, ਉਹ ਕਹਿੰਦਾ ਬਈ ਸ਼ਾਬਾਸ਼ ਸਿੰਘਾ ਮੇਰੀ ਗੱਲ ਸੁਣ, ਕਹਿੰਦਾ ਇਸਲਾਮ ਨੂੰ ਕਬੂਲ ਕਰ ਲੈ, ਮੈਂ ਆਪਣੀ ਬੇਟੀ ਦਾ ਵਿਆਹ ਤੇਰੇ ਨਾਲ ਕਰਾਉਂਗਾ, ਇਸਲਾਮ ਕਬੂਲ ਕਰ ਲੈ, ਮੁਸਲਮਾਨ ਬਣ ਜਾ। ਸ਼ਾਬਾਸ਼ ਸਿੰਘ ਕਹਿੰਦਾ ਮੇਰੇ ਬਾਪੂ ਭਾਈ ਸੁਬੇਗ ਸਿੰਘ ਮੈਨੂੰ ਸਾਖੀਆਂ ਸੁਣਾਉਂਦੇ ਰਹੇ ਆ, ਕਿੱਦਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀਆਂ ਤਵੀਆਂ ਤੇ ਬੈਠੇ, ਕਿੱਦਾਂ ਇਹ ਸ਼ਹਾਦਤਾਂ ਹੋਈਆਂ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿੱਦਾਂ ਸ਼ਹਾਦਤਾਂ ਦਿੱਤੀਆਂ, ਪਰ ਗੁਲਾਮੀ ਨਹੀਂ ਸਾਰੀ, ਗੁਲਾਮੀ ਮਨਜ਼ੂਰ ਨਹੀਂ ਸੀ। ਉਹ ਕਹਿੰਦੇ ਜੇ ਤੂੰ ਮੈਨੂੰ ਬਣਾ ਰਿਹਾ ਹੈ ਤੇ ਮੇਰੇ ਕੋਲ ਤੇ ਆਜ਼ਾਦੀ ਨਹੀਂ ਆਪਣੇ ਧਰਮ ਵਿੱਚ ਖੁੱਲਾ ਜੀਣ ਦੀ, ਕਿਉਂ ਮੈਂ ਆਪਣਾ ਧਰਮ ਬਦਲਾਂ, ਕਿਉਂ ਪਰਿਵਰਤਨ ਹੋਵਾਂ। ਕਹਿੰਦੇ ਨਹੀਂ ਤੈਨੂੰ ਬਣਨਾ ਹੀ ਪੈਣਾ ਹੈ, ਤੈਨੂੰ ਇਸਲਾਮ ਕਬੂਲ ਕਰਨਾ ਪੈਣਾ ਹੈ। ਕਹਿੰਦਾ ਨਾ ਇਹ ਨਹੀਂ ਹੋ ਸਕਦਾ। ਉੱਥੇ ਫਿਰ ਜਿੱਥੇ ਸਾਰੇ ਸਿੰਘਾਂ ਦੀ ਗ੍ਰਿਫਤਾਰੀ ਹੁੰਦੀ ਸੀ, ਉੱਥੇ ਫਿਰ ਸ਼ਾਬਾਸ਼ ਸਿੰਘ ਨੂੰ ਵੀ ਗ੍ਰਿਫਤਾਰ ਕਰਵਾਇਆ ਗਿਆ। ਕੀ ਕਹਿ ਕੇ? ਝੂਠੀ ਗੱਲ ਕਹਿ ਕੇ। ਕਾਜੀ ਕਹਿੰਦਾ ਉਹਨੂੰ ਯਹੀਆ ਖਾਨ ਨੂੰ ਕਹਿੰਦਾ ਵੀ ਇਹਨੇ ਇਸਲਾਮ ਬਾਰੇ ਬਹੁਤ ਗਲਤ ਲਫ਼ਜ਼ ਬੋਲੇ ਐ, ਇਸਲਾਮ ਨਹੀਂ ਮੰਨਦਾ, ਇਹ ਗਲਤ ਕਹਿੰਦਾ ਹੈ, ਤੇ ਗ੍ਰਿਫਤਾਰ ਕਰੋ। ਉੱਥੇ ਗ੍ਰਿਫਤਾਰੀ ਹੋਈ ਸ਼ਾਬਾਸ਼ ਸਿੰਘ ਦੀ, ਤੇ ਉੱਥੇ ਹੀ ਗ੍ਰਿਫਤਾਰ ਹੁੰਦੇ ਐ ਭਾਈ ਸੁਬੇਗ ਸਿੰਘ, ਸ਼ਾਬਾਸ਼ ਸਿੰਘ ਦੀ ਦੇ ਪੁੱਤਰ ਪਿਤਾ। ਉਹਨਾਂ ਦੋਨਾਂ ਦੀ ਫਿਰ ਗ੍ਰਿਫਤਾਰੀ ਹੁੰਦੀ ਹੈ, ਤੇ ਜਿਸ ਵੇਲੇ ਦੋਨਾਂ ਨੂੰ ਪੇਸ਼ ਕੀਤਾ ਜਾਂਦਾ ਹੈ, ਦੋਨਾਂ ਨੂੰ ਕਿਹਾ ਜਾਂਦਾ ਹੈ ਇਸਲਾਮ ਕਬੂਲ ਕਰੋ, ਧਰਮ ਬਦਲੋ, ਸਾਡੇ ਧਰਮ ਵਿੱਚ ਆਵੋ। ਤੇ ਉਹਨਾਂ ਨੇ ਕਿਹਾ ਨਹੀਂ, ਮਨਾ ਕੀਤਾ। ਕਹਿੰਦੇ ਕਿਉਂ? ਕਹਿੰਦੇ ਨਹੀਂ ਅਸੀਂ ਕਹਿ ਰਹੇ ਹਾਂ ਕਰਨਾ ਹੀ ਪੈਣਾ ਹੈ, ਮੰਨਣਾ ਹੀ ਪੈਣਾ ਹੈ। ਇੱਥੇ ਗੱਲ ਆਂਦੀ ਹੈ ਜੀ, ਭਾਵੇਂ ਸਾਡਾ ਖਾਸ ਹੀ ਕਿਉਂ ਨਾ ਹੋਵੇ, ਭਾਵੇਂ ਸਾਡਾ ਕਿੰਨਾ ਵੱਡਾ ਪਿਆਰਾ ਮਿੱਤਰ ਹੋਵੇ, ਭਾਵੇਂ ਸਾਡੇ ਘਰ ਵਾਲੇ ਹੋਣ, ਰਿਸ਼ਤੇਦਾਰ ਹੋਣ, ਸਕੀ ਸਾਖ ਸੰਬੰਧੀ ਹੋਣ, ਜਿਸ ਵੇਲੇ ਤੱਕ ਜਦੋਂ ਤੱਕ ਉਹ ਸਾਡੇ ਥੱਲੇ ਲੱਗੇ ਰਹਿਣਗੇ, ਇੱਥੇ ਤੱਕ ਅਸੀਂ ਕਹਿੰਦੇ ਹਾਂ ਵੀ ਸਾਨੂੰ ਸੱਚਾ ਪਿਆਰ ਮਿਲ ਜਾਵੇ। ਉਹ ਵੀ ਸੱਚਾ ਪਿਆਰ ਕੀ ਹੁੰਦਾ ਹੈ? ਬਸ ਸਾਡੀ ਵਡਿਆਈ ਹੁੰਦੀ ਰਵੇ, ਸਾਡੀ ਗੱਲ ਸੁਣੀ ਜਾਵੇ, ਸਾਨੂੰ ਹੀ ਮੰਨਿਆ ਜਾਵੇ। ਤੇ ਜਿਸ ਵੇਲੇ ਉਹ ਨਹੀਂ ਹੁੰਦਾ, ਜਿਸ ਵੇਲੇ ਕਿਹਾ ਜਾਂਦਾ ਤੂੰ ਗਲਤ ਕਰਦਾ ਹੈ, ਓਏ ਤੂੰ ਗਲਤ ਕੀਤਾ, ਤੂੰ ਗਲਤ ਕਰਦਾ ਹੈ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਕਿਹਾ ਸੀ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਤੂੰ ਗਲਤ ਕਰਦਾ ਹੈ। ਜਿਸ ਵੇਲੇ ਸਾਨੂੰ ਕੋਈ ਟੋਕੇਗਾ ਵੀ ਤੂੰ ਗਲਤੀ ਕਰਦਾ ਹੈ, ਉਸ ਵੇਲੇ ਸਾਨੂੰ ਗੁੱਸਾ ਚੜੇਗਾ। ਅਸੀਂ ਕਹਿੰਦੇ ਹੋ ਤੂੰ ਕੌਣ ਹੁੰਦਾ ਵੀ ਮੇਰੇ ਵਿਚਾਰਾਂ ਵਿੱਚ ਬੋਲਣ ਵਾਲਾ? ਇੰਜ ਹੀ ਹੋਣਾ ਚਾਹੀਦਾ, ਇਹੀ ਹੋਏਗਾ। ਇੰਨਾ ਹੰਕਾਰ ਜਦੋਂ ਇੰਨੀ ਫੂਕ ਭਰੀ ਹੁੰਦੀ ਹੈ ਅੰਦਰ, ਉਹਨਾਂ ਫਿਰ ਇਹ ਦੁਸ਼ਮਣੀ ਨਿਕਲਦੀ ਹੈ, ਫਿਰ ਦੁਸ਼ਮਣੀ ਪੈਦਾ ਹੁੰਦੀ ਹੈ ਪਿਆਰਿਓ, ਫਿਰ ਪਿਆਰ ਘਟਦਾ ਹੈ, ਦੂਰੀਆਂ ਵੱਧਦੀਆਂ। ਇੱਥੇ ਵੀ ਇਹ ਮਨਾਉਣਾ ਚਾਹੁੰਦਾ ਸੀ, ਗੁਲਾਮ ਬਣਾਉਣਾ ਚਾਹੁੰਦਾ ਸੀ, ਪਰ ਕਿਹਾ ਨਹੀਂ ਹੋ ਸਕਦਾ। ਫਿਰ ਕੀ ਹੋਇਆ ਜੀ? ਦੋਨਾਂ ਨੂੰ ਪੇਸ਼ ਕੀਤਾ ਗਿਆ, ਤੇ ਫਿਰ ਕਾਜੀ ਨੇ ਫਤਵਾ ਪਾਸ ਕੀਤਾ, ਸੁਣਾਇਆ ਵੀ ਦੋਨਾਂ ਨੂੰ ਜ਼ਿੰਦਾ ਚਰਖੜੀ ਤੇ ਚਾੜਿਆ ਜਾਵੇ। ਚਰਖੜੀ ਸੀ ਜੀ ਇੱਕ ਐਵੇਂ ਨਾ ਦੋ ਵੀਲਸ ਹੁੰਦੇ, ਇਹ ਦੋ ਵੀਲ ਸੀ, ਇੱਕ ਤੇ ਭਾਈ ਸੁਬੇਗ ਸਿੰਘ ਨੂੰ ਬੰਨਿਆ ਗਿਆ, ਤੇ ਦੂਸਰਾ ਜਿਹੜਾ ਪਈਆ ਸੀ, ਦੂਸਰਾ ਜਿਹੜਾ ਵੀਲ ਸੀ ਨਾ, ਉਹਦੇ ਤੇ ਖੰਜਰ ਲੱਗੇ ਹੋਏ ਸੀ, ਨੁਕੀਲੇ ਖੰਜਰ ਉੱਥੇ ਲੱਗੇ। ਹੁਣ ਹੁੰਦਾ ਕੀ ਸੀ, ਐਂ ਘੁੰਮਦੇ ਸੀ ਦੋਨੋਂ, ਤੇ ਜਦੋਂ ਇੱਥੇ ਜਿਹੜਾ ਬੰਨਿਆ ਹੋਇਆ ਬੰਦਾ ਉਹ ਜਦੋਂ ਐਵੇਂ ਘੁੰਮੇਗਾ ਤੇ ਇੱਥੇ ਜਿਹੜੇ ਖੰਜਰ ਨੇ ਉਹ ਉਹਦੇ ਵਿੱਚ ਧੱਸਣਗੇ। ਦੋਨਾਂ ਨੂੰ, ਇੱਕ ਚਰਖੜੀ ਤੇ ਸੁਬੇਗ ਸਿੰਘ ਨੂੰ, ਇੱਕ ਚਰਖੜੀ ਤੇ ਸ਼ਾਬਾਸ਼ ਸਿੰਘ ਨੂੰ ਚਾੜਿਆ ਗਿਆ। ਹੁਣ ਦੇਖਿਓ, ਇੱਕ ਚਰਖੜੀ ਤੇ ਪਿਓ ਤੇ ਦੂਸਰੀ ਤੇ ਪੁੱਤਰ।
ਦੂਜੇ ਤੇ ਪੁੱਤਰ। ਹੁਣ ਕੀ ਹੋਇਆ ਜੀ, ਸਾਹਮਣੇ ਅਯਈਆ ਖਾਂ ਬੈਠਾ ਹੈ, ਕਹਿੰਦਾ ਓਏ ਕਿਉਂ ਮਰਨਾ ਚਾਹੁੰਦੇ ਹੋ? ਇੰਨੀ ਸੋਹਣੀ ਜ਼ਿੰਦਗੀ, ਮਰਦੇ ਕਿਉਂ ਮਰਨਾ ਚਾਹੁੰਦੇ ਹੋ? ਓਏ ਪਿਓ ਤੇ ਪੁੱਤਰੋਂ ਜੀਓ ਜ਼ਿੰਦਗੀ। ਉਹ ਕਹਿੰਦਾ ਗੁਲਾਮੀ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੈ? ਜਿੱਥੇ ਖੁੱਲ੍ਹ ਨਾ ਹੋਵੇ, ਜਿੱਥੇ ਆਜ਼ਾਦੀ ਨਾ ਹੋਵੇ, ਜਿੱਥੇ ਅਸੀਂ ਖੁੱਲ੍ਹ ਕੇ ਆਪਣੇ ਧਰਮ ਵਿੱਚ ਰਹਿ ਕੇ ਨਾ ਜੀ ਸਕੀਏ, ਐਸਾ ਜੀਵਨ ਕੀ ਜੀਵਨ ਹੈ? ਕੀ ਜੀਵਨ ਹੈ? ਸੁਬੇਗ ਸਿੰਘ ਨੂੰ ਕਹਿੰਦਾ ਯਹੀਆ ਖਾਂ, ਦੇਖ ਆਪਣੇ ਪੁੱਤਰ ਵੱਲ, ਉਹ ਤੇਰਾ ਬੱਚਾ ਹੈ, ਉਹ ਤੇਰਾ ਪੁੱਤਰ ਹੈ, ਵੇਖ ਤਾਂ ਸਹੀ ਕਿਤੇ। ਤੂੰ ਭਾਵੇਂ ਮਰ ਜਾ, ਉਹਨੂੰ ਤਾਂ ਬਚਾ ਲੈ। ਸੁਬੇਗ ਸਿੰਘ ਕਹਿੰਦੇ ਓਏ ਸੁਣ, ਕਹਿੰਦੇ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਸਾਡੀ ਖਾਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਰਬੰਸ ਵਾਰਿਆ, ਤੇ ਮੈਂ ਇੱਕ ਪੁੱਤਰ ਰੱਖ ਕੇ ਕੀ ਕਰ ਲੂੰਗਾ? ਮੈਂ ਨਹੀਂ ਜਿੰਦਾ ਗੁਲਾਮੀ ਦੀ ਜ਼ਿੰਦਗੀ, ਮੈਂ ਨਹੀਂ ਜਿਉਂਦਾ। ਹੁਣ ਸਮਝਿਓ ਇਸ ਗੱਲ ਨੂੰ ਪਿਆਰਿਓ, ਕਈ ਵਾਰੀ ਨਾ ਸਾਡੇ ਪੁੱਤਰ ਨੂੰ, ਸਾਡੇ ਬੱਚੇ ਨੂੰ ਜਦੋਂ ਚੋਟ ਲੱਗਦੀ ਹੈ ਨਾ, ਬੜਾ ਘਬਰਾਨੇ ਆ ਅਸੀਂ। ਸਾਡੀ ਅੱਖਾਂ ਦੇ ਸਾਹਮਣੇ ਓਲਾ ਹੋ ਜਵੇ, ਦਿਖੇ ਨਾ ਕੁਝ ਚਿਰ, ਅਸੀਂ ਘਬਰਾ ਜਾਂਦੇ ਆ, ਡਰ ਜਾਂਦੇ ਆ ਉਸ ਵੇਲੇ, ਕਿਉਂਕਿ ਆਪਣਾ ਬਣਾਈ ਬੈਠੇ ਆ। ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਆ, ਅਸੀਂ ਥੋਪਦੇ ਆ ਉਹਨਾਂ ਤੇ ਗੱਲ, ਆਪਣੀ ਮਨਵਾਉਣਾ ਚਾਹੁੰਦੇ ਆ। ਮੇਰਾ ਬੱਚਾ ਹੈ, ਮੇਰੀ ਸੁਣੇ, ਮੇਰੇ ਵਰਗਾ ਬਣੇ, ਇਹ ਹੈ ਸਾਡੇ ਵਿੱਚ ਭਾਵਨਾ। ਇੱਥੇ ਕੀ ਕਹਿੰਦੇ ਆ ਜੀ, ਅਸੀਂ ਕਹਿੰਦੇ ਆ ਵੀ ਮੇਰਾ ਹੈ, ਮੇਰਾ ਖੂਨ। ਗੱਲ ਸਮਝਣ ਵਾਲੀ ਹੈ। ਕਿਉਂ ਮੋਹ ਇੰਨਾ ਜ਼ਿਆਦਾ ਹੈ ਸਾਨੂੰ? ਕਿਉਂ ਬੰਦਾ ਜਦੋਂ ਅਰਥੀ ਉੱਠਦੀ ਹੈ ਨਾ ਜੀ ਘਰੋਂ ਜਵਾਨ ਪੁੱਤਰ ਦੀ, ਤਾਂ ਮਾਰ ਮਾਰ ਕੇ ਰੋਂਦੇ ਆ, ਡਿਪਰੈਸ਼ਨ 'ਚ ਚਲੇ ਜਾਂਦੇ ਆ, ਜ਼ਿੰਦਗੀ ਖਤਮ ਕਰ ਲੈਂਦੇ ਆ। ਕਿਉਂ? ਆਪਣਾ ਸਮਝੀ ਬੈਠਾ। ਪਰ ਗੱਲ ਨੂੰ ਧਿਆਨ ਨਾਲ ਵਿਚਾਰ ਕੇ ਵੇਖਿਓ, ਆਪਣਾ ਨਹੀਂ ਸੀ, ਇਹ ਕੁਦਰਤ ਦਾ ਹੈ, ਆਪਣਾ ਨਹੀਂ ਹੈ। It was only a biological process ਜਿਹਦੇ ਥਰੂ ਇਸ ਸਰੀਰ ਨੇ ਜਨਮ ਲਿੱਤਾ। ਇੱਕ ਤਰੀਕੇ ਨਾਲ ਤੇਰੇ ਥਰੂ ਤੂੰ ਵਜ੍ਹਾ ਬਣਿਆ। ਦੇਖੋ ਜੀ, ਅਸੀਂ ਕੁਦਰਤ ਤੋਂ ਲੈ ਕੇ ਖੁਰਾਕਾਂ ਖਾਧੀਆਂ, ਧਰਤੀ ਤੋਂ ਖੁਰਾਕਾਂ ਖਾਧੀਆਂ, ਸਾਡੇ ਵਿੱਚ ਖੂਨ ਬਣਿਆ, ਠੀਕ ਹੈ ਜੀ, ਬਿੰਦ ਬਣਿਆ। ਹੋਇਆ ਕਿ ਉਹੀ ਜਿਹੜਾ ਬਿੰਦ ਹੁੰਦਾ ਹੈ, ਉਹ ਬੱਚਾ ਬਣ ਕੇ ਮਾਂ ਦੇ ਉਦਰ ਵਿੱਚ, ਕੁੱਖ ਵਿੱਚ ਹੁੰਦਾ ਹੈ। ਮਾਂ ਖੁਰਾਕ ਖਾਂਦੀ ਹੈ ਧਰਤੀ ਤੋਂ, ਇਸ ਨੇਚਰ ਤੋਂ, ਕੁਦਰਤ ਤੋਂ। ਕੁਦਰਤ ਤੋਂ ਖੁਰਾਕਾਂ ਖਾਧੀਆਂ ਤੇ ਉਹ ਖੁਰਾਕ ਕਿਹਦੇ ਕੋਲ ਪਹੁੰਚੀ ਜੀ? ਬੱਚੇ ਕੋਲ। ਬੱਚਾ ਜਨਮਿਆ ਤੇ ਬੱਚੇ ਨੇ ਖੁਰਾਕਾਂ ਖਾਧੀਆਂ, ਖੂਨ ਬਣਿਆ, ਆਪਣਾ ਜ਼ਿੰਦਗੀ ਨੂੰ ਉਹਨੇ ਜੀਵਿਆ। ਜਦੋਂ ਮੌਤ ਆਈ ਤੇ ਫਿਰ ਮਿੱਟੀ ਵਿੱਚ, ਬੋਲੋ ਜੀ, ਮਿਲ ਗਿਆ, ਮਿੱਟੀ ਵਿੱਚ ਫਿਰ ਸਮਾ ਗਿਆ, ਮਿੱਟੀ ਵਿੱਚ। ਇਹ ਸਾਡਾ ਨਹੀਂ, ਇਹ ਕੇਵਲ ਤੇ ਕੇਵਲ ਸਾਡੇ ਥਰੂ ਪੈਦਾ ਹੋਇਆ। ਇਹ ਹੈ ਨੇਚਰ ਦਾ, ਇਹ ਹੈ ਉਸ ਰੱਬ ਦਾ ਰਮੇ ਹੋਏ ਰਾਮ। ਇਹ ਨੇਚਰ ਕੀ ਹੈ ਜੀ? ਇਹ ਪ੍ਰੋਸੈਸ, ਇਹ ਨੇਚਰ, ਇਹ ਕੁਦਰਤ, ਇਹ ਹੀ ਰਮਿਆ ਹੋਇਆ ਰਾਮ ਹੈ। ਇਸ ਰਾਮ ਦਾ ਹੈ, ਜਿਹਨੇ ਇਹਨੂੰ ਗੱਲ ਨੂੰ ਸਮਝ ਲਿਆ, ਵਿਚਾਰ ਲਿਆ, ਉਹਨੂੰ ਕਦੇ ਮੋਹ ਨਹੀਂ ਹੁੰਦਾ, ਉਹ ਕਦੇ ਵੀ ਮੋਹ ਵਿੱਚ ਨਹੀਂ ਫਸੇਗਾ, ਉਹ ਕਦੇ ਵਿੱਚ ਵੀ ਕਦੇ ਨਹੀਂ ਕਹੇਗਾ ਇਹ ਮੇਰਾ ਹੈ, ਮੇਰਾ ਖੂਨ, ਮੇਰਾ ਪੁੱਤਰ, ਮੇਰਾ ਬੱਚਾ। ਉਹ ਕੀ ਕਹੇਗਾ? ਉਹਨੇ ਕੀ ਕਹਿਣਾ ਹੈ? ਉਹ ਕਹਿੰਦਾ ਬਸ ਏਕ ਨੂਰ ਤੇ ਸਭ ਜਗ ਉਪਜਿਆ। ਇਹ ਸਾਰਾ ਕੁਝ ਉਸ ਰਾਮ ਦਾ ਹੈ, ਉਸ ਪਰਮਾਤਮਾ ਦਾ ਹੈ, ਮੇਰਾ ਕੁਛ ਨਹੀਂ ਜੇ। ਆਓ ਸਾਰੇ ਇੱਕ ਵਾਰੀ ਪੜਿਓ ਜੀ ਗੱਜ ਕੇ। ਭਾਈ
ਭਾਈ ਸੁਬੇਗ ਸਿੰਘ ਜੀ ਨੇ ਕੀ ਕਿਹਾ ਉਸ ਵੇਲੇ? मेरा मुझ में किछ नहीं, मेरा मुझ में किछ नहीं, मेरा मुझ में कुछ नहीं, मेरा मुझ में कुछ नहीं। बोलो जी। मेरा मुझ में, मेरा मुझ में किछ नहीं, मेरा मुझ में कुछ नहीं, मेरा मुझ में कुछ नहीं। जो कुछ है सो तेरा, 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 जो कुछ है सो तेरा। जो कुछ है सो तेरा, बाबा जो कुछ है सो तेरा, जो कुछ है सो तेरा, जो कुछ है सो तेरा। मेरा मुझ में कुछ नहीं, मेरा मुझ में कुछ नहीं। मेरा मुझ में कुछ नहीं, बोलो जी। मेरा मेरा मुझ में कुछ नहीं, मेरा मुझ में कुछ नहीं। जो कुछ है सो तेरा, जो कुछ है सो तेरा, जो कुछ है सो तेरा, जो कुछ है सो तेरा। तेरा तुझको सौंप दे, तेरा तुझको सौंप दे, तेरा तुझको सौंप दे, तेरा तुझको सौंप बोलो जी। दे। तेरा तुझको सौंप दे, तेरा तुझको सौंप दे। क्या लागे मेरा, 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 क्या लागे मेरा। तेरा मुझ में कुछ नहीं, मेरा मुझ में कुछ नहीं। मेरा मुझ में कुछ नहीं, जो कुछ है सो तेरा तुझको सौंपते क्या लग गए। मेरा नहीं लगदा, इट वॉज जस्ट अ बायोलॉजिकल प्रोसैस ਜਿਹਦੇ ਥਰੂ ਇਹ ਬੱਚਾ ਆਇਆ। ਇਹ ਕੁਦਰਤ ਦਾ ਹੈ, ਉਸ ਰਾਮ ਦਾ ਹੈ, ਮੇਰਾ ਨਹੀਂ। ਇਹਨੇ ਕੁਦਰਤ ਵਿੱਚ ਹੀ ਮਿਲ ਜਾਣਾ ਹੈ। ਮੈਂ ਵੀ ਕੁਦਰਤ ਦਾ ਹਾਂ, ਬਾਕੀ ਆਪਾਂ ਸਾਰੇ ਵੀ ਕੁਦਰਤ ਦੇ ਹਾਂ। ਕੁਦਰਤ ਦੇ ਬਣੇ ਹੋਏ ਆ, ਕੁਦਰਤ ਦੇ ਜਾਏ ਹੋਏ ਆ। ਇਹ ਸਾਰੇ ਅਸੀਂ ਰਾਮ ਵਿੱਚ ਆ ਤੇ ਰਾਮ ਸਾਡੇ ਵਿੱਚ ਹੈ। ਕੁਦਰਤ ਦੇ ਵਿੱਚ ਅਸੀਂ ਆ ਤੇ ਕੁਦਰਤ ਸਾਡੇ ਵਿੱਚ ਹੈ। ਇਹੀ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਇਹੀ ਸਮਝਾਉਣਾ ਚਾਹੁੰਦੇ ਆ। ਅਸੀਂ ਕਿਸੇ ਤੇ ਹੱਕ ਨਹੀਂ ਜਮਾ ਸਕਦੇ, ਸਮਝਿਓ। ਅਸੀਂ ਕਿਸੇ ਦੇ ਹੱਕ ਨਹੀਂ ਜਮਾ ਸਕਦੇ ਵੀ ਮੇਰਾ ਹੈ ਤੇ ਮੇਰਾ ਬਣ ਕੇ ਰਵੇ, ਮੇਰੀ ਗੱਲ ਹੀ ਸੁਣੇ। ਨਹੀਂ, ਹਰ ਕਿਸੇ ਦੀ ਆਪਣੀ ਸੋਚ ਹੈ, ਆਜ਼ਾਦ ਸੋਚ ਹੈ। ਕੋਈ ਗੁਲਾਮੀ ਦਾ ਜੀਵਨ ਨਹੀਂ ਜੇ ਜੀ ਸਕਦਾ ਤੇ ਨਹੀਂ ਵੀ ਜੀਣਾ ਚਾਹੀਦਾ। ਭਾਈ ਸੁਬੇਗ ਸਿੰਘ ਜੀ ਨੂੰ ਜਦੋਂ ਕਿਹਾ ਪੁੱਤਰ ਬਚਾ ਲੈ, ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰੱਖੈ ਕਮਨ ਵਡਾਈ। ਇਹਦੇ ਵਿੱਚ ਕਿਹੜੀ ਵੱਡੀ ਗੱਲ, ਮੈਂ ਕਿਉਂ ਰੱਖਾਂ ਆਪਣਾ ਬੱਚਾ? ਨਹੀਂ ਮੰਨਦੇ, ਨਹੀਂ ਧਰਮ ਕਬੂਲ, ਨਹੀਂ ਮੈਂ ਇਸਲਾਮ ਕਬੂਲ ਕਰਦਾ, ਮੈਂ ਗੁਲਾਮ ਨਹੀਂ ਬਣ ਕੇ ਮਰਾਂਗਾ। ਮੌਤ ਆਏਗੀ ਪਰ ਮੈਂ ਆਜ਼ਾਦੀ ਵਾਲੀ ਮੌਤ ਮਰਾਂਗਾ, ਸੂਰਬੀਰਤਾ ਵਾਲੀ ਮੌਤ ਮਰਾਂਗਾ, ਮੈਂ ਗੁਲਾਮ ਬਣ ਕੇ ਨਹੀਂ ਮਰਾਂਗਾ।
उस वेले फिर हुक्म होया, चड़खड़ियां नूं घुमाया गया प्यारिओ, ते दोवें प्यो ते पुत्र दोवें चरखड़ी ते बन्ने होए ते खूनो खून शरीर हो जाते हैं प्यारिओ, शहीद होंदे है, शहादत दा जाम पींदे है। ये गुरसिख, इन्हां नूं नमस्कार, इन्हां नूं असीं सलाम करते हैं, इन्हां नूं असीं सिर झुकाउने हैं। ऐसी सोच दे मालक गल नूं समझिओ। जे भाई सुबेग सिंह ते शाहबाज सिंह ना हुंदे, जे ਇਹੋ ਜਿਹੇ ਸੂਰਬੀਰ ਨਾ ਹੁੰਦੇ, ਭਗਤ ਕਬੀਰ ਵਰਗੇ ਨਹੀਂ ਹੁੰਦੇ, ਭਗਤ ਨਾਮਦੇਵ ਜੀ ਵਰਗੇ ਨਹੀਂ ਹੁੰਦੇ, ਜਿਨ੍ਹਾਂ ਨੇ ਗੁਲਾਮੀ ਨੂੰ ਕਬੂਲ ਨਹੀਂ ਕੀਤਾ, ਤੇ ਪਿਆਰਿਓ ਅੱਜ ਜਿਹੜੇ ਅਸੀਂ ਚੌੜੇ ਹੋ ਕੇ ਘੁੰਮਦੇ ਆ, ਮੈਂ ਹਿੰਦੂ, ਮੈਂ ਮੁਸਲਮਾਨ, ਮੈਂ ਸਿੱਖ, ਮੈਂ ਈਸਾਈ, ਇੱਥੇ ਕੋਈ ਵੀ ਨਹੀਂ ਹੁੰਦਾ। ਜੇ ਧਰਮ ਆਪਣੇ ਆਪਣੇ ਧਰਮ ਵਿੱਚ ਖੁੱਲ ਕੇ ਜੀ ਰਹੇ ਆ, ਜੇ ਆਜ਼ਾਦ ਹੋ ਕੇ ਜੀਵਨ ਜੀ ਰਹੇ ਆ, ਤੇ ਉਹਨਾਂ ਦੀ ਬਦੌਲਤ, ਉਹਨਾਂ ਮਹਾਂਪੁਰਖਾਂ ਦੀ ਬਦੌਲਤ, ਉਹ ਕਹਿੰਦੇ ਮਰ ਜਾਵਾਂਗੇ। ਜੇ ਅੱਜ ਮੈਂ ਕਬੂਲ ਲਿਆ ਤੇ ਅੱਗੇ ਹੋਰਾਂ ਨੂੰ ਵੀ ਤੂੰ ਬਣਾਏਗਾ, ਤੇ ਕਿਸੇ ਨੇ ਜੇ ਹਿੰਮਤ ਹੀ ਨਾ ਕੀਤੀ, ਕੋਈ ਅੱਗੇ ਹੀ ਨਹੀਂ ਵਧਿਆ, ਤੈਨੂੰ ਤੇ ਡਰ ਹੀ ਖਤਮ ਹੋ ਜਾਣਾ। ਜ਼ਾਲਮਾ, ਤੂੰ ਤਾਂ ਕਹਿਣਾ ਵੀ ਜਿਹੜਾ ਗੱਲ ਨਹੀਂ ਸੁਣੇਗਾ ਮਾਰ ਦਿਆਂਗੇ, ਪਰ ਇੱਥੇ ਸੂਰਬੀਰ ਹੋ ਕੇ ਨਿਕਲੇ ਆ ਗੁਰੂ ਕੇ ਲਾਲ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ, ਇਹ ਪਗੜੀ, ਇਹ ਦਸਤਾਰ ਦਿੱਤੀ, ਤੂੰ ਸਰਦਾਰ ਹੈ, ਤੂੰ ਉੱਚਾ ਹੈ, ਤੂੰ ਆਜ਼ਾਦ ਸੋਚ ਵਾਲਾ ਹੈ, ਤੂੰ ਮਾਲਕ ਹੈ, ਤੂੰ ਗੁਲਾਮ ਨਹੀਂ ਬਣਨਾ। ਕਹਿੰਦੇ ਮਰਨਾ ਕਬੂਲ ਹੈ, ਗੁਲਾਮ ਨਹੀਂ ਬਣਾਂਗੇ। ਤੇ ਗੁਰੂ ਪਿਆਰਿਓ, ਹਰ ਕੋਈ ਚਾਹੇਗਾ ਵੀ ਮੇਰਾ ਅਗਲਾ ਗੁਲਾਮ ਬਣ ਕੇ ਜੀਏ। ਕਿਸਾਨ ਤਾਂ ਤੱਕ ਅੰਨਦਾਤਾ ਸੀ ਜਦੋਂ ਤੱਕ ਆਪਣੇ ਖੇਤਾਂ 'ਚ ਬਹਿੰਦੇ ਸੀ। ਹੁਣ ਜਦੋਂ ਆਵਾਜ਼ ਚੁੱਕਦੇ ਆ, ਖਿਲਾਫ ਬੋਲਦੇ ਆ, ਹੁਣ ਉਹ ਕੀ ਬਣ ਗਏ ਜੀ? ਦੁਸ਼ਮਣ। ਹੁਣ ਉਹ ਦੁਸ਼ਮਣ ਬਣ ਗਏ। ਇਸੇ ਤਰ੍ਹਾਂ ਹਰ ਕੋਈ ਚਾਹੇਗਾ ਦਬਾਉਣਾ, ਹਰ ਕੋਈ ਚਾਹੇਗਾ ਮੇਰਾ ਗੁਲਾਮ ਹੋ ਜਾਏ। ਪਰ ਪਿਆਰਿਓ, ਗੱਲ ਨੂੰ ਸਮਝਿਓ, ਰੰਮੇ ਹੋਏ ਰਾਮ ਨੂੰ ਸਮਝਿਓ, ਤੇ ਕੁਦਰਤੀ ਆਪਣਾ ਜੀਵਨ ਜੀਵੀਏ। ਇਸ ਸੋਚ ਨੂੰ ਉੱਚਾ ਕਰਨਾ ਹੈ, ਇਸ ਸੋਚ ਦੀ ਪੱਧਰ ਨੂੰ ਉੱਚਾ ਕਰਨਾ ਹੈ। ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ ਦੀ ਕੁਰਬਾਨੀ ਨੂੰ ਵਾਰ-ਵਾਰ ਨਮਸਕਾਰ। ਆਓ ਆਖਰੀ ਪੰਕਤੀ ਵਿੱਚ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਬਹੁਤ-ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ, ਕਮੇਟੀ ਦਾ, ਨਾਲੇ ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਇਹ ਅਵਸਰ ਬਖਸ਼ਿਆ, ਆਪ ਸੰਗਤਾਂ ਦੇ ਦਰਸ਼ਨ ਕਰਾਏ, ਆਪਾਂ ਰਲ ਮਿਲ ਕੇ ਹਰ ਜਸਵਿੰਦ ਹਾਜ਼ਰੀ ਭਰੀ, ਗੁਰਬਾਣੀ ਨੂੰ ਸਮਝਿਆ। ਆਓ ਆਪਣੇ ਜੀਵਨ ਵਿੱਚ ਵੀ ਇਹ ਲਾਗੂ ਕਰੀਏ ਤੇ ਨਮਸਕਾਰ ਐਸੇ ਸੂਰਬੀਰਾਂ ਮਹਾਂਪੁਰਖਾਂ ਨੂੰ। ਅਗਲਾ ਜਿਹੜਾ ਦੀਵਾਨ 28 ਤਰੀਕ ਦਾ, ਆਪ ਜੀ ਸਾਰਿਆਂ ਨੂੰ ਇਨਫੋਰਮੇਸ਼ਨ ਜਿਹੜੀ ਹੈ ਉਹ ਇੰਸਟਾਗ੍ਰਾਮ ਦੇ ਰਾਹੀਂ, WhatsApp ਦੇ ਰਾਹੀਂ, ਕਲਗੀਧਰ ਕੀਰਤਨੀ ਜੱਥਾ ਇਸ ਨਾਮ ਤੋਂ ਪੇਜ ਹੈ ਇੰਸਟਾਗ੍ਰਾਮ ਤੇ ਵੀ, ਉੱਥੇ ਸਾਰੇ ਪੋਸਟਰ ਆ ਜਾਂਦੇ ਆ, ਇਨਫੋਰਮੇਸ਼ਨ ਮਿਲ ਜਾਂਦੀ ਹੈ। ਜੋ ਵੀ ਆਪ ਆਏ, ਆਪ ਜੀ ਜ਼ਰੂਰ ਉੱਥੇ ਵੀ ਦਰਸ਼ਨ ਬਖਸ਼ਣੇ 28 ਤਰੀਕ ਸ਼ਾਮ ਨੂੰ। ਬਾਕੀ ਆਓ ਗੱਜ ਕੇ ਇਸ ਪੰਕਤੀ ਵਿੱਚ ਬੋਲੋ, ਫਿਰ ਆਨੰਦ ਸਾਹਿਬ ਪੜ੍ਹੀਏ, ਸਮਾਪਤੀ ਹੈ ਜੀ। सेवक की अरदास प्यारे, जप जीवा प्रभ चरण तुम्हारे। सेवक की सेवक की
ਸਾਰੇ ਗੱਜ ਕੇ ਹੁਣ ਆਨੰਦ ਸਾਹਿਬ ਵਿੱਚ ਪੜਿਓ, ਕੋਈ ਰਸਨਾ ਵਾਂਝੀ ਨਾ ਰਹੇ। ਸਾਰਿਆਂ ਦੀ ਆਵਾਜ਼ ਹੈ। ਬਹੁਤ ਧੰਨਵਾਦ ਹੈ ਕੀਰਤਨ ਪ੍ਰਧਾਨਾਂ ਜਿਹੜੇ ਲਾਈਵ ਕਰ ਰਹੇ ਨੇ ਵਰਲਡ ਵਾਈਡ, ਸਾਰੀ ਸੰਗਤ ਦਾ। ਆਓ ਹੁਣ ਗੱਜ ਕੇ ਆਨੰਦ ਸਾਹਿਬ ਵਿੱਚ ਪੜਿਓ, ਕੋਈ ਰਸਨਾ ਵਾਂਝੀ ਨਾ ਰਹੇ। ਸਮਾਪਤੀ। ਰਾਮਕਲੀ ਮਹਲਾ ਤੀਜਾ। ਨਾਨਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ ਸਤਿਗੁਰ
ਵਾਹਿਗੁਰੂ ਜੀ ਕੀ ਫਤਿਹ।